संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ऐसी सेवक सेवा करे, जिसका जियो तिस आगे धरे। ਉੱਚੋ ਨਗਰ ਵਿੱਚ ਇੱਕ ਮਾਤਾ ਦੇ ਘਰ ਬਾਬਾ ਜੀ ਦੇ ਸਮੇਂ ਲੰਗਰ ਪੱਕਦਾ ਹੁੰਦਾ ਸੀ। ਲੰਗਰ ਦਾ ਸਮਾਨ ਆਟਾ, ਦਾਲ, ਲੱਕੜਾਂ, ਇਸ ਦੇ ਘਰੇ ਹੋਰ ਸਮਾਨ ਪਿਆ ਹੁੰਦਾ ਸੀ। ਲੋੜ ਸਮੇਂ ਚੀਜ਼ਾਂ ਇੱਥੋਂ ਹੀ ਲੈ ਲੈਣੀਆਂ। ਇਸ ਘਰ ਸੰਜਮ ਅਤੇ ਸੁੱਚ ਪਵਿੱਤਰਤਾ ਬੜੀ ਸੀ। ਲੰਗਰ ਪਕਾ ਕੇ ਸੇਵਕਾਂ ਨੇ ਵਾਧੂ ਆਟਾ ਸੁਕਾ ਪੜੇਥਣ ਵਾਲਾ ਰੱਖ ਆਉਣਾ। ਪਿੱਛੋਂ ਘਰ ਵਾਲੀ ਮਾਈ ਨੇ ਇਸ ਆਟੇ ਨੂੰ ਮੋੜ ਕੇ ਬਾਬਾ ਜੀ ਵਾਲੇ ਆਟੇ ਵਿੱਚ ਮਿਲਾ ਦੇਣਾ। ਹਜੂਰ ਦੇ ਹੁਕਮ ਅਨੁਸਾਰ ਕੋਲਿਆਂ ਉੱਤੇ ਫੁਲਕੇ ਰਾੜ ਕੇ ਰੱਖਣੇ, ਪਰ ਦਾਗ ਨਹੀਂ ਪੈਣ ਦੇਣਾ। ਇਸ ਮਾਈ ਨੇ ਉਹ ਕੋਲੇ ਵੀ ਬੁਝੀ ਹੋਈ ਸਵਾਹ ਵਿੱਚੋਂ ਰੱਖ ਕੇ ਬੁਝਾ ਕੇ ਅਗਲੇ ਦਿਨ ਬਾਬਾ ਜੀ ਦੇ ਲੰਗਰ ਵਾਸਤੇ ਰੱਖ ਛੱਡਣੇ। ਬਾਬਾ ਜੀ ਦੀ ਕਿਸੇ ਵਸਤੂ ਨੂੰ ਨਹੀਂ ਛੇੜਨਾ। ਸੇਵਕਾਂ ਨੇ ਰੋਜ਼ 2 ਵੇਲੇ ਸਭ ਕੁਝ ਵੇਖਣਾ ਅਤੇ ਮਾਤਾ ਦੇ ਸਬਰ ਦੀ ਮਨ ਹੀ ਮਨ ਸਿਫਤ ਕਰਨੀ। ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਬਾਬਾ ਜੀ ਦੀ ਵਸਤੂ ਨਹੀਂ ਛੇੜਨੀ ਅਤੇ ਨਾ ਹੀ ਸੇਵਾਦਾਰਾਂ ਪਾਸੋਂ ਮੰਗਣੀ। ਕਈ ਵਾਰ ਸੇਵਕਾਂ ਨੇ ਆਪਸ ਵਿੱਚ ਵਿਚਾਰ ਕਰਨੀ ਕਿ ਬਾਬਾ ਜੀ ਦੀ ਪਤਾ ਨਹੀਂ ਕੀ ਰਜਾ ਹੈ। ਜੇ ਤੁਰ ਪੈਣ ਤਾਂ ਸਹਿਸਣ ਵਰਗੀਆਂ ਚੋਰੀਆਂ ਕਰਨ ਵਾਲੀਆਂ ਨੂੰ ਰਾਣੀ ਬਣਾ ਦਿੱਤਾ। ਪਰੰਤੂ ਇੱਥੇ ਇਤਨੇ ਬਰਸ ਹੋ ਗਏ, ਲੰਗਰ ਪੱਕਦੇ ਨੂੰ ਕੀ ਮਜਾਲ ਹੈ ਬਾਬਾ ਜੀ ਦੀ ਕਿਸੇ ਵਸਤੂ ਨੂੰ ਛੇੜਿਆ ਹੋਵੇ। ਸਬਰ ਅਤੇ ਇਮਾਨਦਾਰੀ ਦੀ ਹੱਦ ਹੋ ਗਈ ਹੈ। ਕਦੇ ਵਿਚਾਰ ਕਰਨ ਕਿ ਇਸ ਮਾਈ ਬਾਬਤ ਹਜੂਰ ਪਾਸ ਬੇਨਤੀ ਕਰਕੇ ਵੇਖ ਲਈਏ। ਕੋਈ ਅੱਗੇ ਹੋ ਕੇ ਗੱਲ ਨਾ ਕਰੇ, ਕਿਉਂਕਿ ਸੇਵਾ ਵਿੱਚ ਰੱਖਣ ਸਮੇਂ ਬਾਬਾ ਜੀ ਸਾਰਿਆਂ ਨੂੰ ਹਦਾਇਤ ਕਰਦੇ ਸਨ ਕਿ ਨਾ ਕਿਸੇ ਦੀ ਸਿਫਾਰਿਸ਼, ਨਾ ਕਿਸੇ ਦੀ ਨਿੰਦਿਆ ਚੁਗਲੀ ਸਾਡੇ ਕੋਲ ਕਰਨੀ। ਜੇ ਕਰੋਗੇ ਤਾਂ ਤੁਹਾਨੂੰ ਘਾਟਾ ਪਵੇਗਾ। ਇਸ ਗੱਲ ਤੋਂ ਡਰਦੇ ਸਨ। ਸਾਰੇ ਚਾਹੁੰਦੇ ਹੋਏ ਵੀ ਮਾਈ ਬਾਬਤ ਬੇਨਤੀ ਨਹੀਂ ਕਰਦੇ ਸਨ। ਉਸ ਵੇਲੇ ਮੁਖੀ ਸੇਵਾਦਾਰ, ਜਿਹੜੇ ਇਹਨਾਂ ਦੇ ਨਾਮ ਇਹ ਹਨ: ਪੰਡਤ ਸ੍ਰੀ ਰਾਮ ਸਿੰਘ ਜੀ ਹਜ਼ੂਰੀ ਸੇਵਕ, ਭਾਈ ਨੀਲਾ ਸਿੰਘ, ਭਾਈ ਭਜਨ ਸਿੰਘ ਮਹਿਰਾ, ਲਾਂਗਰੀ ਸੰਤ ਖੇਮ ਸਿੰਘ ਜੀ ਤੇ ਸੰਤ ਈਸਰ ਸਿੰਘ ਜੀ ਰੋੜੀ ਢੰਡਾਲ ਵਾਲੇ, ਜਿਹੜੇ ਬਾਬਾ ਜੀ ਦੇ ਸਮੇਂ ਉਹਨਾਂ ਦੀਆਂ ਮਾਲਾ ਬਣਾਉਂਦੇ ਸਨ। ਭਾਈ ਗੁਰਮੁਖ ਸਿੰਘ ਮਲੂਕੇ ਤੋਂ ਇਤਨੇ ਗੁਰਮੁਖਾਂ ਦੇ ਨਾਮ ਮਿਲੇ ਹਨ। ਆਪਸ ਵਿੱਚ ਵਿਚਾਰ ਤਾਂ ਬਹੁਤ ਦੇਰ ਤੋਂ ਹੋ ਰਹੀ ਸੀ। ਕੋਈ ਸਮਾਂ ਬਾਬਾ ਜੀ ਨੇ ਜਿਵੇਂ ਆਪ ਹੀ ਅਸਲੀਅਤ ਉੱਤੋਂ ਪਰਦਾ ਚੁੱਕ ਕੇ ਜਿਵੇਂ ਸੰਗਤ ਨੂੰ ਵਿਖਾਉਣਾ ਸੀ ਕਿ ਮਾਈ ਰੱਤੇ ਜਾਨਕੀ, ਬਾਬਾ ਜੀ ਇਸੇ ਨਾਮ ਨਾਲ ਹੀ ਬੁਲਾਉਂਦੇ ਸਨ। ਅੰਤਰ-ਆਤਮਾ ਕਿਤਨੀ ਕੁ ਉੱਚੀ ਅਵਸਥਾ ਵਿੱਚ ਹੈ। ਇੱਕ ਦਿਨ ਉੱਪਰਲੇ ਸਾਰੇ ਸੇਵਾਦਾਰ ਇਕਾਂਤ ਸਮੇਂ ਇਕੱਠੇ ਹੋ ਕੇ ਬਾਬਾ ਜੀ ਪਾਸ ਟਿੱਲੇ ਉੱਪਰ ਪਹੁੰਚ ਕੇ ਨਮਸਕਾਰ ਕਰਕੇ ਬੈਠ ਗਏ। ਕਬਿੱਤ
ਹੋਏ ਕੇ ਇਕੱਠੇ ਪ੍ਰੇਮੀ ਤੁਰੇ ਮੱਠੇ ਮੱਠੇ, ਜਾ ਕੇ ਪਹੁੰਚੇ ਹਜੂਰ ਚਰਨ ਜੁਹਾਰ ਜਬ। ਮਹਾਰਾਜ ਸੇਵਕ ਦਰਸ਼ਨ ਕਰਨ ਆਏ, ਕੌਣ ਕੌਣ ਆਏ ਕੋ ਮਾਲ ਵਿਸਥਾਰ ਸਭ। ਸਾਰਿਆਂ ਨੇ ਨਾਮ ਦੱਸੇ ਸੁਣ ਮਹਾਰਾਜ, ਹੱਸੇ ਕਰਕੇ ਇਸ਼ਾਰਾ ਬੈਠੇ ਨਾਲ ਪਿਆਰ ਸਭ। ਆਏ ਦਰਸ਼ਨ ਕਰਨ ਆਏ ਪ੍ਰਸ਼ਨ ਕਰਨ, ਦਰਸ਼ਨ ਤਾਂ ਹੋਏ ਕਰੋ ਪ੍ਰਸ਼ਨ ਉਚਾਰ ਅਬ। ਕਬਿਤ ਹੱਥ ਜੋੜ ਸੰਗਤ ਨੇ ਬੇਨਤੀ ਆਰੰਭ ਕੀਤੀ, ਆਪ ਸਮਰੱਥ ਜਾਣੀ ਜਾਣਦੇ। ਆਦਿ ਕਾਲ ਤੋਂ ਹੀ ਸੁਣਦੇ ਪ੍ਰਸੰਗ ਰਹੇ, ਭਗਤ ਦੁੱਖ ਵਿੱਚ ਸੁਖ ਰਹੇ ਮਾਣਦੇ। ਨਾਮਦੇਵ ਰਵਿਦਾਸ ਔਰ ਕਬੀਰ, ਜੈ ਦੇਵ ਦੁਖ ਸੁਖ ਦਾਤਾ ਇੱਕ ਪ੍ਰਭੂ ਨੂੰ ਪਛਾਣਦੇ। ਭਗਤਾਂ ਦੀ ਲੋੜ ਸਦਾ ਪੂਰੀ ਕੀਤੀ, ਹਰ ਜੀ ਨੇ ਆਪ ਵੀ ਪ੍ਰਸੰਗ ਸਦਾ ਐਸੇ ਹੀ ਬਖਾਣਦੇ। ਕਬਿਤ ਜਾਣੀ ਜਾਣ ਗਏ ਜੁਗਤ ਪਛਾਣ ਗਏ, ਹੱਥ ਨੂੰ ਉਠਾਏ ਮੁਖੋਂ ਬੋਲਦੇ ਨੇ ਹੱਸ ਕਰ। ਰਤੋ ਮਾਈ ਵਾਂਗੂ ਭਗਤ ਪ੍ਰੇਮ ਵਿੱਚ ਮਸਤ ਰਹਿਣ, ਰੱਬ ਦੇਵੇ ਉਹਨਾਂ ਲੈਂਦੇ ਕਹਿਣ ਬਸ ਬਸ ਕਰ। ਮਨ ਰੂਪੀ ਘੋੜੇ ਉੱਤੇ ਸ਼ਬਦ ਦੀ ਸਵਾਰੀ ਕਰ, ਸੁਰਤ ਦੀ ਲਗਾਮ ਐਨੇ ਰੱਖਦੇ ਨੇ ਕਸ ਕਰ। ਆਪ ਵੀ ਤਰਨ ਅਤੇ ਸਾਥੀਆਂ ਨੂੰ ਤਾਰ ਦਿੰਦੇ, ਮੁਖੋਂ ਜੋ ਕਹੇ ਸੋਈ ਮੰਨੇ ਰੱਬ ਸਤ ਕਰ। ਉਪਰੰਤ ਹੁਕਮ ਹੋਇਆ ਮਾਈ ਨੂੰ ਹਾਜ਼ਰ ਕਰੋ। ਸੇਵਕਾਂ ਦੇ ਨਾਲ ਮਾਈ ਨੇ ਹਜੂਰ ਦੇ ਚਰਨਾਂ ਵਿੱਚ ਆ ਮੱਥਾ ਟੇਕਿਆ। ਉਪਰੰਤ ਬਾਬਾ ਜੀ ਨੇ ਬਚਨ ਕੀਤਾ ਕਿ ਮਾਈ ਅੱਜ ਸੰਗਤ ਚਾਹੁੰਦੀ ਹੈ ਤੇ ਸੰਗਤ ਦੇ ਨਾਲ ਅਸੀਂ ਵੀ ਚਾਹੁੰਦੇ ਹਾਂ ਕਿ ਤੂੰ ਕੁਝ ਮੰਗ ਲੈ। ਫਿਰ ਮਾਈ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਦੇ ਚਰਨ ਮੇਰੇ ਵਾਸਤੇ ਮਹਿਲ ਹਨ, ਹੋਰ ਕਿਸੇ ਵਸਤੂ ਦੀ ਇੱਛਾ ਨਹੀਂ। ਉਪਰੰਤ ਬਾਬਾ ਜੀ ਬੜੇ ਪ੍ਰਸੰਨ ਹੋ ਕੇ ਹੇਠ ਲਿਖੀਆਂ ਵਸਤੂਆਂ ਦੀ ਬਖਸ਼ਿਸ਼ ਕੀਤੀ। ਇੱਕ ਖੱਦਰ ਦਾ ਦੁਪੱਟਾ, ਉਸ ਨੂੰ ਗੰਢ ਪਾ ਕੇ ਦੂਜੇ ਸਿਰੇ ਵਿੱਚ ਹੋਰ ਗੰਢ ਦੇ ਕੇ ਉਸ ਵਿੱਚ ਚਾਂਦੀ ਦਾ ਰੁਪਇਆ ਰੱਖ ਦਿੱਤਾ, ਜੋ ਅੱਜ ਤੱਕ ਮਾਈ ਦੇ ਪਰਿਵਾਰ ਪਾਸ ਮੌਜੂਦ ਹੈ। ਇਹ ਪ੍ਰਸੰਗ ਟੁੱਕ ਮਾਤਰ ਪਿਛਲੇ ਹਿੱਸੇ ਵਿੱਚ ਵੀ ਆਇਆ ਹੈ, ਪਰ ਪੂਰਾ ਇੱਥੇ ਹੀ ਹੋਇਆ ਹੈ। ਬਾਬੇ ਮਹਿਤਾਬ ਸਿੰਘ ਦੇ ਪੋਤਰੇ ਪਾਸੋਂ ਪ੍ਰਸੰਗ ਮਿਲਿਆ। ਐਸੇ ਨੇ ਦਿਆਲ ਬਾਬਾ ਮਹਾ ਹਰਨਾਮ ਸਿੰਘ, ਸੇਵਕਾਂ ਨੂੰ ਤੁਠ ਦਿੰਦੇ ਬਖਸ਼ਿਸ਼ਾਂ ਮਹਾਨੀਆਂ। ਤੇਰੇ ਜਿਹਾ ਕੋਈ ਨਾ ਕਿਰਪਾਲੂ ਸੰਸਾਰ ਵਿੱਚ, ਜਗ ਹੋਂਦਾ ਹੈਰਾਨ ਸੁਣ ਤੇਰੀਆਂ ਕਹਾਣੀਆਂ। ਧੰਨ ਉਹ ਪ੍ਰੇਮੀ ਜਿਨ੍ਹਾਂ ਸੇਵਾ ਹੈ ਕਮਾਈ, ਕੀਤਾ ਸਫਲ ਜਨਮ ਇਹ ਅਮਰ ਕਹਾਣੀਆਂ। ਤੇਰੀਆਂ ਕਹਾਣੀਆਂ ਨਾ ਜਾਂਦੀਆਂ ਬਖਾਣੀਆਂ, ਪੂਜਦੇ ਨੇ ਲੋਕ ਅੱਜ ਤੇਰੀਆਂ ਨਿਸ਼ਾਨੀਆਂ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਇੱਕ ਵਾਰ ਬਾਬਾ ਜੀ ਕਲੇਰਾਂ ਵਾਲੇ ਕਲੇਰਾਂ ਤੋਂ ਸੰਗਤ ਨਾਲ ਲੈ ਕੇ ਦਰਸ਼ਨ ਕਰਨ ਆਏ। ਕੁਝ ਕਲੇਰਾਂ ਦੇ ਪ੍ਰੇਮੀ ਬਚਨ ਸਿੰਘ ਔਲਖ, ਕੇਹਰ ਸਿੰਘ ਸੁਖਮਣੀਆਂ ਅਤੇ ਗਾਲਬ ਕਲਾਂ ਤੋਂ ਜੈਲਦਾਰ ਜੋਗਿੰਦਰ ਸਿੰਘ ਕਿੱਲੀ, ਚਾਹਲਾਂ ਤੋਂ ਹਰਨਾਮ ਸਿੰਘ ਸਿਤਾਰਾਂ ਵਾਲਾ, ਇਤਨੇ ਕੁ ਪ੍ਰੇਮੀਆਂ ਦੇ ਨਾਮਾਂ ਦਾ ਪਤਾ ਲੱਗਾ ਹੈ।
ਪੁੱਛੋ ਪਹੁੰਚਣ ਉਪਰੰਤ ਬਾਬਾ ਜੀ ਕਲੇਰਾਂ ਵਾਲਿਆਂ ਨੇ ਸੰਗਤ ਨੂੰ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਮਰਿਆਦਾ ਦੇ ਅਨੁਸਾਰ ਨਾਮ ਪਤੇ ਵਗੈਰਾ ਲਿਖਵਾਏ ਤੇ ਲੰਗਰ ਛਕਣ ਦਾ ਹੁਕਮ ਹੋਇਆ। ਤੇ ਬਾਅਦ ਵਿੱਚ ਜਦੋਂ ਰਾਤ ਆਈ ਤਾਂ ਗੁਲਾਬ ਵਾਲੇ ਸਰਦਾਰ ਜੋਗਿੰਦਰ ਸਿੰਘ ਘਰ ਨੂੰ ਜਾ ਕੇ ਮੰਜੇ ਤੇ ਪੈਣ ਦਾ ਹੁਕਮ ਹੋਇਆ ਤੇ ਇਕੱਲਾ ਜੋਗਿੰਦਰ ਸਿੰਘ ਸੰਗਦਾ ਹੋਇਆ ਜਾਵੇ ਨਾ। ਬਾਰ-ਬਾਰ ਕਹਿਣ ਤੇ ਇਹ ਚੱਲਿਆ ਗਿਆ। ਅਗਲੇ ਦਿਨ ਸੰਗਤ ਨੇ ਜਾਣ ਦੀ ਆਗਿਆ ਮੰਗੀ। ਬਾਬਾ ਜੀ ਨੇ ਆਗਿਆ ਦੇ ਦਿੱਤੀ। ਇਹਨਾਂ ਤੋਂ ਬਾਅਦ ਕਿੱਲੀ ਚਾਲਾਂ ਵਾਲਾ ਹਰਨਾਮ ਸਿੰਘ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਕੋਲ ਇਕੱਲਾ ਜਾ ਕੇ ਕਹਿਣ ਲੱਗਾ, ਜੀ ਮੈਨੂੰ ਵੀ ਆਗਿਆ ਹੈ। ਬਾਬਾ ਜੀ ਕਹਿਣ ਲੱਗੇ, ਤੂੰ ਕੌਣ ਹੈ? ਉਸਨੇ ਦੱਸਿਆ, ਮੈਂ ਕਲੇਰਾਂ ਵਾਲੇ ਮਹਾਂਪੁਰਸ਼ਾਂ ਨਾਲ ਆਇਆ ਹਾਂ। ਫਿਰ ਉਸ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ, ਕੀ ਕੰਮ ਕਰਦਾ ਹੈ? ਉਸ ਦੇ ਦੱਸਣ ਉਪਰੰਤ ਬਾਬਾ ਜੀ ਬੋਲੇ, ਤੈਨੂੰ ਜਾਣ ਦੀ ਆਗਿਆ ਨਹੀਂ। ਉਸ ਨੇ ਨਾਲ ਦੀ ਸੰਗਤ ਕੋਲ ਆ ਕੇ ਦੱਸਿਆ ਕਿ ਮੈਨੂੰ ਜਾਣ ਦੀ ਆਗਿਆ ਨਹੀਂ, ਮੈਨੂੰ ਰਹਿਣਾ ਬੜਾ ਮੁਸ਼ਕਿਲ ਹੈ, ਮੈਨੂੰ ਆਗਿਆ ਦਿਵਾਓ। ਤਾਂ ਸੰਗਤ ਨੇ ਉਸ ਨੂੰ ਟੋਕਿਆ ਅਤੇ ਕਿਹਾ ਕਿ ਜਦੋਂ ਪਹਿਲਾਂ ਸਾਰੀ ਸੰਗਤ ਨੇ ਆਗਿਆ ਲੈ ਲਈ ਸੀ, ਤੂੰ ਵੀ ਵਿੱਚ ਹੀ ਸੀ, ਤੂੰ ਫਿਰ ਇਕੱਲੇ ਨੇ ਕਿਉਂ ਪੁੱਛਿਆ? ਤੇ ਉਸ ਨੇ ਵਿਚਲੀ ਗੱਲ ਫੇਰ ਦੱਸੀ ਕਿ ਮੈਂ ਤਾਂ ਵੇਖਿਆ ਸੀ ਇਹਨਾਂ ਕੋਲ ਮਾਇਆ ਦਾ ਵਰਤਾਰਾ ਖੁੱਲ੍ਹਾ ਹੈ, ਕੁਝ ਰੁਪਏ ਇੱਥੋਂ ਮਿਲ ਜਾਣਗੇ। ਤਾਂ ਸੰਗਤ ਨੇ ਕਿਹਾ ਕਿ ਅਸੀਂ ਤਾਂ ਹੁਣ ਕੁਝ ਨਹੀਂ ਕਰ ਸਕਦੇ ਤੇ ਆਪਾਂ ਸਾਰੇ ਕਲੇਰਾਂ ਵਾਲੇ ਸੰਤਾਂ ਨੂੰ ਬੇਨਤੀ ਕਰਾਂਗੇ। ਫਿਰ ਸੰਗਤ ਨੇ ਕਲੇਰਾਂ ਵਾਲੇ ਮਹਾਂਪੁਰਸ਼ਾਂ ਕੋਲ ਸਾਰੀ ਹਕੀਕਤ ਦੱਸੀ। ਸੁਣ ਕੇ ਬਾਬਾ ਜੀ ਬੋਲੇ, ਇਸ ਨੇ ਮਾੜਾ ਕੰਮ ਕੀਤਾ। ਤੇ ਫਿਰ ਜਾਣ ਸਮੇਂ ਬਾਬਾ ਜੀ ਨੇ ਇਸ ਕਿੱਲੀ ਵਾਲੇ ਸਿੰਘ ਦਾ ਜ਼ਿਕਰ ਕੀਤਾ ਕਿ ਮਹਾਰਾਜ ਜੀ ਉਸ ਨੂੰ ਵੀ ਆਗਿਆ ਦੇ ਦਿਓ। ਤਾਂ ਪੁੱਛੋ ਵਾਲੇ ਬਾਬਾ ਜੀ ਨੇ ਫਰਮਾਇਆ, ਤੁਹਾਡੇ ਕੋਲ ਉਹ ਕੀ ਕਰਦਾ ਹੈ? ਕਲੇਰਾਂ ਵਾਲੇ ਬਾਬਾ ਜੀ ਨੇ ਦੱਸਿਆ ਕਿ ਕਦੇ-ਕਦੇ ਸਾਨੂੰ ਸਿਤਾਰ ਤੇ ਕੀਰਤਨ ਸੁਣਾ ਦਿੰਦਾ ਹੈ। ਤਾਂ ਅੱਗੋਂ ਪੁੱਛੋ ਵਾਲੇ ਬਾਬਾ ਜੀ ਕਹਿਣ ਲੱਗੇ, ਚਲੋ ਸਾਨੂੰ ਵੀ 40 ਦਿਨ ਸਿਤਾਰ ਸੁਣ ਲੈਣ ਦਿਓ, ਸਾਡਾ ਵੀ ਜੀ ਕਰਦਾ ਹੈ, ਪਰ ਇਸ ਨੂੰ ਆਗਿਆ ਤਾਂ 40 ਦਿਨ ਬਾਅਦ ਹੀ ਹੋਵੇਗੀ। ਤੇ ਨਾਲ ਬਚਨ ਹੋਇਆ, ਤੁਹਾਨੂੰ ਸਭ ਸੰਗਤਾਂ ਨੂੰ ਆਗਿਆ ਹੈ। ਪਿੱਛੋਂ ਕਿੱਲੀ ਵਾਲਾ ਹਰਨਾਮ ਸਿੰਘ ਬਹੁਤ ਉਦਾਸ ਹੋਇਆ ਜਦੋਂ ਸੰਗਤ ਚਲੀ ਗਈ। ਇੱਥੇ ਰਹਿਣ ਸਮੇਂ ਕਿੱਲੀ ਵਾਲੇ ਸਿੰਘ ਨੇ ਬੜੇ ਆਨੇ ਬਹਾਨੇ ਬਣਾਏ, ਉਕਤੀਆਂ ਜੁਗਤੀਆਂ ਵਰਤੀਆਂ, ਕੋਈ ਸਿਰੇ ਨਾ ਲੱਗੇ। ਤੇ ਨਾ ਹੀ ਬਾਬਾ ਜੀ ਨੇ ਇੱਥੇ ਰਹਿਣ ਸਮੇਂ ਉਸ ਤੋਂ ਸਿਤਾਰ ਸੁਣੀ। ਅਖੀਰ ਨੂੰ 40 ਦਿਨ ਬਾਅਦ ਹੀ ਜਾਣ ਦੀ ਆਗਿਆ ਮਿਲੀ। ਫਿਰ ਜਦੋਂ ਵੀ ਕਲੇਰਾਂ ਤੋਂ ਸੰਗਤ ਭੁੱਚੋ ਆਵੇ ਤਾਂ ਬਾਅਦ ਵਿੱਚ ਇਸ ਨੇ ਆਉਣ ਦਾ ਹੌਸਲਾ ਨਾ ਕੀਤਾ। ਇਹ ਬਚਨ ਜੋਗਿੰਦਰ ਸਿੰਘ ਜੈਲਦਾਰ ਗਾਲਬ ਕਲਾਂ ਤੋਂ ਮਿਲਿਆ। ਸਤਿਗੁਰ ਕੀ ਗਣਤੇ ਕੁਸੀਐ, ਦੁਖੈ ਦੁੱਖ ਵਿਹਾਏ। ਪਿੰਡ ਕੋਠਾ ਗੁਰੂ, ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਇੱਕ ਪ੍ਰੇਮੀ ਭਾਈ ਕਿਸ਼ਨ ਸਿੰਘ, ਰਾਜਾ ਸਿੱਖ ਸ੍ਰੀਮਾਨ 108 ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਦਾ ਪਰਮ ਸ਼ਰਧਾਲੂ ਸੀ। ਭਾਵੇਂ ਪਿੰਡ ਕੋਠਾ ਤੋਂ ਭੁੱਚੋ ਦਾ ਰਸਤਾ ਬੜਾ ਵਿਖੜਾ ਸੀ, ਪਰ ਫਿਰ ਵੀ ਭਾਈ ਕਿਸ਼ਨ ਸਿੰਘ ਸਾਲ ਵਿੱਚ 1-2 ਵਾਰ ਦਰਸ਼ਨ ਕਰਨ ਆਇਆ ਕਰਦਾ ਸੀ। ਇੱਕ ਸਮੇਂ ਕਿਸ਼ਨ ਸਿੰਘ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਮਹਾਰਾਜ, ਘਰ ਵਿੱਚ ਗਰੀਬੀ ਹੈ, ਕਿਰਪਾ ਕਰੋ, ਘਰ ਦੀ ਗਰੀਬੀ ਖਤਮ ਕਰੋ।
ਸ੍ਰੀ ਸੰਤ ਮਹਾਰਾਜ ਜੀ ਨੇ ਵਿਚਾਰ ਕੀਤਾ ਤੇ ਤਾਰੀਖ ਨਿਸ਼ਚਿਤ ਕਰਕੇ ਮੁੜ ਕੇ ਆਉਣ ਦਾ ਸਮਾਂ ਦੱਸ ਦਿੱਤਾ। ਇਸ ਦਿਨ ਆਉਣਾ, ਕੋਈ ਵਿਚਾਰ ਕਰਾਂਗੇ। ਕਿਸੇ ਘਰੋਗੀ ਕੰਮਾਂ ਕਾਰਨ ਭਾਈ ਕਿਸ਼ਨ ਸਿੰਘ ਦਿੱਤੇ ਹੋਏ ਦਿਨ ਤੇ ਨਾ ਪੁੱਜ ਸਕਿਆ। ਕਈ ਦਿਨ ਮਗਰੋਂ ਪਛੜ ਕੇ ਗਿਆ ਤਾਂ ਮਹਾਂਪੁਰਖਾਂ ਨੂੰ ਨਮਸਕਾਰ ਕਰਕੇ ਬੈਠ ਗਿਆ। ਸ੍ਰੀ ਸੰਤ ਮਹਾਰਾਜ ਜੀ ਬੋਲੇ ਕਿ ਪ੍ਰੇਮੀਆਂ, ਜਿਹੜਾ ਦਿਨ ਤੈਨੂੰ ਆਉਣ ਨੂੰ ਦਿੱਤਾ ਸੀ ਉਸ ਤੋਂ ਪਛੜ ਕਿਉਂ ਗਿਆ? ਭਾਈ ਕਿਸ਼ਨ ਸਿੰਘ ਨੇ ਆਪਣੀ ਪੇਂਡੂ ਬੋਲੀ ਵਿੱਚ ਹੱਥ ਜੋੜ ਕੇ ਕਿਹਾ, ਜੀ ਕੁਝ ਢਿੱਲ ਮਿਸ ਪਛੜਾ ਹੋ ਹੀ ਗਿਆ। ਤਾਂ ਬਾਬਾ ਜੀ ਬੋਲੇ ਕਿ ਹੁਣ ਤਾਂ ਢਿੱਲ ਮਿਸ ਹੀ ਰਹੇਗੀ। ਸੋ ਹੁਣ ਤੱਕ ਵੀ ਇਸ ਪਰਿਵਾਰ ਵਿੱਚ ਆਲਸ ਗਰੀਬੀ ਬਹੁਤ ਰਹੀ, ਪਰ ਮਹਾਂਪੁਰਖਾਂ ਦੀ ਸੰਗਤ ਕਰਕੇ ਇਸ ਪਰਿਵਾਰ ਦੇ ਜੀ ਨਿਮਰਤਾ ਵਾਲੇ, ਧਰਮੀ, ਸਤੋਗੁਣੀ ਸੁਭਾਅ ਦੇ ਰਹੇ ਹਨ। ਹੁਣ ਇਹ ਪਰਿਵਾਰ ਚੰਗੀ ਜ਼ਿਮੀਂਦਾਰੀ ਕਰ ਰਿਹਾ ਹੈ। ਪਰਿਵਾਰ ਦਾ ਮੁਖੀ ਭਾਈ ਜਗਮੀਤ ਸਿੰਘ ਸਤੋਗੁਣੀ ਨਿਮਰਤਾ ਵਾਲਾ ਹੈ। ਇਹ ਬਚਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਕਾ ਤੋਂ ਪ੍ਰਾਪਤ ਹੋਏ। ਆਪਣੇ ਸੇਵਕ ਕੋ ਆਪ ਸਹਾਈ। ਇੱਕ ਵਾਰ ਬਾਬਾ ਮਹਾਹਰਨਾਮ ਸਿੰਘ ਜੀ ਨੇ ਕੁਝ ਸੇਵਾਦਾਰਾਂ ਨੂੰ ਕੋਲੋਂ ਮਾਇਆ ਦੇ ਕੇ ਆਉਣ ਜਾਣ ਦਾ ਕਿਰਾਇਆ ਦੇ ਕਰਕੇ ਬੀਕਾਨੇਰੀ ਮਿਸ਼ਰੀ ਅਤੇ ਘਿਓ ਲੈਣ ਵਾਸਤੇ ਭਾਈ ਚੰਦਾ ਸਿੰਘ ਅਤੇ ਪਾਠੀ ਅਰਜਨ ਸਿੰਘ ਢੀਂਡਸਾ, ਇਹਨਾਂ ਦੋਹਾਂ ਨੂੰ ਜਾਣ ਦਾ ਹੁਕਮ ਹੋਇਆ। ਹੁਕਮ ਅਨੁਸਾਰ ਭੁੱਚੋ ਤੋਂ ਚੱਲ ਕੇ ਬਠਿੰਡਾ ਸਟੇਸ਼ਨ 'ਤੇ ਜਾ ਕੇ ਜਿਸ ਵਕਤ ਟਿਕਟ ਲੈਣ ਦੀ ਤਿਆਰੀ ਕਰਨ ਲੱਗੇ, ਉਸ ਵਕਤ ਮਾਲੂਮ ਹੋਇਆ ਕਿ ਪ੍ਰੇਮੀਆਂ ਵਾਲੀ ਗੰਢ ਕੱਟੀ ਗਈ ਹੈ। ਬੜੇ ਹੈਰਾਨ ਹੋਏ। ਉਸ ਸਮੇਂ ਮਨ ਨੂੰ ਬੜੀ ਹੈਰਾਨਗੀ ਹੋਈ, ਜਿਵੇਂ ਬਾਣੀ ਵਿੱਚ ਫਰਮਾਇਆ ਹੈ, ਥਰ ਹਰ ਕੰਪੇ ਬਾਲਾ ਜੀਓ, ਨਾ ਜਾਣੂ ਕਿਆ ਕਰਸੀ ਪੀਓ। ਸੋਚਣ ਹੁਣ ਕੀ ਕਰੀਏ? ਜੋ ਸਮਾਨ ਬਾਬਾ ਜੀ ਨੇ ਲੈ ਆਉਣ ਦਾ ਹੁਕਮ ਕੀਤਾ ਹੈ, ਨਾ ਉਹ ਹੀ ਆ ਸਕਦਾ ਹੈ, ਨਾ ਹੀ ਅੱਗੇ ਜਾਇਆ ਜਾ ਸਕਦਾ ਸੀ। ਇਸ ਸਮੇਂ ਬਠਿੰਡੇ 2 ਗੱਡੀਆਂ ਦਾ ਜੰਕਸ਼ਨ ਹੋਣ ਕਰਕੇ ਮੇਲ ਹੋਇਆ। ਇਹ ਦੋਵੇਂ ਅਰਜਨ ਸਿੰਘ ਅਤੇ ਚੰਦਾ ਸਿੰਘ ਅੱਖਾਂ ਮੀਚੀ ਬੈਠੇ ਸਨ। ਇਸ ਸਮੇਂ ਅਚਾਨਕ ਇੱਕ ਸਿੰਘ ਨਵਾਂ ਹੀ ਇਹਨਾਂ ਪਾਸ ਆ ਕੇ ਰੁਕਿਆ ਅਤੇ ਇਸ ਨੇ ਪੁੱਛਿਆ, ਤੁਸੀਂ ਭੁੱਚੋ ਤੋਂ ਬਾਬਾ ਜੀ ਦੇ ਸੇਵਾਦਾਰ ਹੋ? ਫਿਰ ਇਹਨਾਂ ਦੇ ਹਾਂ ਕਹਿਣ ਉੱਤੇ ਉਸ ਪ੍ਰੇਮੀ ਨੇ ਆਪਣੀ ਜੇਬ ਵਿੱਚ ਹੱਥ ਪਾਇਆ। ਕੁਝ ਮਾਇਆ ਇੱਕ ਰੁਮਾਲ ਵਿੱਚ ਬੰਨੀ ਹੋਈ ਕੱਢ ਕੇ ਬੋਲਿਆ, ਤੁਸੀਂ ਤਾਂ ਉੱਥੇ ਜਾਣਾ ਹੀ ਹੈ, ਇਹ ਮੇਰੀ ਸੇਵਾ ਉੱਥੇ ਚਰਨਾਂ ਵਿੱਚ ਪਹੁੰਚਾ ਦੇਣੀ। ਉੱਥੇ ਇਹਨਾਂ ਦੋਹਾਂ ਨੂੰ ਮਾਇਆ ਪਕੜਾ ਕੇ ਆਪ ਗੱਡੀ ਵੱਲ ਨੂੰ ਚਲਾ ਗਿਆ। ਇਹਨਾਂ ਨੇ ਬਠਿੰਡੇ ਤੋਂ ਗੱਡੀ ਚੜ੍ਹ ਕੇ ਬੀਕਾਨੇਰ ਪਹੁੰਚ ਕੇ ਜੋ ਸਮਾਨ ਬਾਬਾ ਜੀ ਨੇ ਲੈ ਆਉਣ ਦਾ ਹੁਕਮ ਦਿੱਤਾ ਸੀ, ਲੈਣ ਚਲੇ ਗਏ। ਪੈਸੇ ਜਿਤਨੇ ਹਜ਼ੂਰ ਨੇ ਆਪ ਗਿਣ ਕੇ ਦਿੱਤੇ ਸਨ, ਇਹ ਵੀ ਉਤਨੇ ਹੀ ਹੋਣ ਕਰਕੇ ਸਮਾਨ ਖਰੀਦਣ ਵਿੱਚ ਕੋਈ ਰੁਕਾਵਟ ਨਹੀਂ ਹੋਈ। ਉਪਰੰਤ ਸਭ ਸਮਾਨ ਲੈ ਕੇ ਦੋਵੇਂ ਸੇਵਾਦਾਰ ਬਾਬਾ ਜੀ ਪਾਸ ਪਹੁੰਚ ਗਏ। ਉਪਰੰਤ ਬਾਬਾ ਜੀ ਨੇ ਲੀਰ ਇਹਨਾਂ ਵੱਲ ਵਧਾ ਕੇ ਨਾਲ ਹੀ ਬਚਨ ਕੀਤਾ ਕਿ ਇਸ ਲੀਰ ਬਿਨਾ ਤੁਹਾਡਾ ਸਰਦਾ ਨਹੀਂ ਸੀ, ਤੁਹਾਡਾ ਕੰਮ ਸਰ ਗਿਆ ਸੀ। ਤੁਹਾਡੇ ਕਹਿਣ ਦੇ ਮੁਤਾਬਕ ਅਸੀਂ ਗੰਢ ਕੱਟੀ ਤੇ ਤੁਹਾਨੂੰ ਇਹ ਦੇਣ ਲਈ ਤੁਹਾਡੇ ਮਗਰ ਗਏ ਤੇ 5 ਕੋਹ ਟਿੱਬਿਆਂ ਦੀ ਵਾਟ ਕਰਨੀ ਪਈ। ਉਪਰੰਤ ਦੋਹਾਂ ਨੇ ਨਮਸਕਾਰ ਕੀਤੀ। ਇਹ ਬਚਨ ਪੰਡਤ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਤੋਂ
ਸਰਦਾਰ ਖੜਗ ਸਿੰਘ ਨੇ ਸੁਣਿਆ ਅਤੇ ਲਿਖਵਾਇਆ। ਸੇਵਕ ਕੋ ਸੇਵਾ ਬਨ ਆਈ। ਇੱਕ ਸਮੇਂ ਹਜੂਰ ਨੇ ਭਾਈ ਨੀਲਾ ਸਿੰਘ ਨੂੰ ਹਜੂਰੀ ਵਿੱਚ ਸੱਦ ਕੇ ਹੁਕਮ ਕੀਤਾ ਕਿ ਤੂੰ 2 ਸੇਵਾਦਾਰ ਪਿੰਡ ਵਿੱਚੋਂ ਆਪਣੇ ਨਾਲ ਲੈ ਜਾ ਅਤੇ ਮਹਾਰਾਜ ਪਿੰਡ ਵਿੱਚ ਮਹਿਰਿਆਂ ਦੀ ਭੱਠੀ ਵਿੱਚ ਇੱਕ ਕੁੱਤੀ ਸੂਈ ਹੈ, ਕਾਲੇ ਰੰਗ ਦੀ। ਉਸ ਦੇ 12 ਕਤੂਰੇ ਹਨ, 4 ਕਤੂਰੀਆਂ ਹਨ। ਬੱਚਿਆਂ ਨੂੰ ਟੋਕਰੇ ਵਿੱਚ ਪਾ ਲੈਣਾ ਤੇ ਕੁੱਤੀ ਦੇ ਗਲ ਰੱਸਾ ਪਾ ਕੇ ਲੈ ਆ। ਉਹ ਕੁੱਤੀ ਵੱਢਦੀ ਬਹੁਤ ਹੈ, ਖਿਆਲ ਰੱਖਣਾ। ਉਪਰੰਤ ਹੁਕਮ ਮੰਨ ਕੇ ਸੇਵਕ ਚਲੇ ਗਏ। ਵੱਡਾ ਪਿੰਡ ਸੀ, ਖਾਸ ਥਾਂ ਦੀ ਨਿਸ਼ਾਨੀ ਕੋਈ ਦੱਸੀ ਨਹੀਂ ਸੀ। ਸੇਵਕ ਹੁਕਮ ਮੰਨ ਕੇ ਚਲੇ ਗਏ। ਕਈ ਭੱਠੀਆਂ ਵਿੱਚ ਭਾਲ ਕੀਤੀ ਪਰ ਕੋਈ ਪਤਾ ਨਾ ਲੱਗ ਸਕਿਆ। ਨਗਰ ਦੇ ਲੋਕਾਂ ਨੇ ਲਗਾਤਾਰ ਕਈ ਦਿਨ ਤੋਂ ਨਵੇਂ ਬੰਦੇ ਫਿਰਦੇ ਵੇਖ ਕੇ ਪਹਿਲਾਂ ਕੁਝ ਗੌਰ ਨਾ ਕੀਤੀ। ਅਖੀਰ ਇੱਕ ਦਿਨ ਪੁੱਛ ਹੀ ਲਿਆ ਕਿ ਬਈ ਸਿੱਖੋ, ਤੁਸੀਂ ਕਿਸ ਪਿੰਡ ਤੋਂ ਆਏ ਹੋ ਅਤੇ ਕਿਸ ਨੂੰ ਭਾਲਦੇ ਹੋ? ਇਹਨਾਂ ਨੇ ਜਦੋਂ ਆਪਣੀ ਬਾਬਤ ਦੱਸਿਆ ਤਾਂ ਉਹ ਲੋਕ ਸੁਣ ਕੇ ਹੈਰਾਨ ਹੋਏ। ਫਿਰ ਨਗਰ ਵਾਸੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਹੈਰਾਨਗੀ ਪ੍ਰਗਟ ਕੀਤੀ ਅਤੇ ਹੱਸਣ ਲੱਗੇ ਕਿ ਸੰਤਾਂ ਨੇ ਇੱਕ ਕੁੱਤੀ ਵਾਸਤੇ ਇਤਨੇ ਦਿਨਾਂ ਤੋਂ ਕਈ ਬੰਦੇ ਭੁੱਚੋ ਤੋਂ ਭੇਜੇ ਹਨ ਅਤੇ ਕਹਿਣ ਲੱਗੇ, ਪ੍ਰੇਮੀਓ, ਵੱਡਾ ਪਿੰਡ ਹੈ, ਇਸ ਤਰ੍ਹਾਂ ਤੁਹਾਨੂੰ ਪਤਾ ਨਹੀਂ ਲੱਗਣਾ ਤੇ ਤੁਸੀਂ ਪਿੱਛੇ ਵਾਪਸ ਮੁੜ ਜਾਓ। ਨੀਲਾ ਸਿੰਘ ਨੇ ਕੁੱਤੀ ਲਏ ਬਿਨਾਂ ਮੁੜਨ ਤੋਂ ਇਨਕਾਰ ਕਰ ਦਿੱਤਾ। ਕੁਝ ਸਮਝਦਾਰ ਬੰਦਿਆਂ ਨੇ ਪਹਿਲਾਂ ਤਾਂ ਇਹਨਾਂ ਨੂੰ ਰੋਟੀ ਪਾਣੀ ਪੁੱਛਿਆ। ਇਹਨਾਂ ਨੇ ਕਿਹਾ, ਸਾਨੂੰ ਮਹਾਂਪੁਰਖਾਂ ਨੇ ਕੁੱਤੀ ਦੀ ਖਾਸ ਤਾਕੀਦ ਕੀਤੀ ਹੈ ਤੇ ਅਸੀਂ ਜ਼ਰੂਰ ਲੱਭ ਕੇ ਲੈ ਜਾਣੀ ਹੈ ਤੇ ਰੋਟੀ ਗੁਰਦੁਆਰੇ ਤੋਂ ਖਾਂਦੇ ਰਹੇ ਹਾਂ ਤੇ ਉੱਥੇ ਰਾਤ ਨੂੰ ਜਾ ਕੇ ਖਾਵਾਂਗੇ। ਉਪਰੰਤ ਕੁਝ ਬੰਦੇ ਪਿੰਡ ਤੋਂ ਵੀ ਨਾਲ ਮਿਲ ਗਏ। ਅਖੀਰ ਉੱਤੇ ਇੱਕ ਭੱਠੀ ਵਿੱਚੋਂ ਉਸੇ ਰੰਗ ਦੀ ਕੁੱਤੀ ਮਿਲ ਹੀ ਗਈ। ਉਪਰੰਤ ਇਸ ਨੂੰ ਬੜੀ ਮੁਸ਼ਕਲ ਨਾਲ ਫੜ ਕੇ ਰੱਸਾ ਗਲ ਪਾ ਕੇ ਟੋਕਰੇ ਵਿੱਚ ਬੱਚੇ ਰੱਖ ਕੇ ਲੈ ਕੇ ਭੁੱਚੋ ਪਹੁੰਚ ਗਏ। ਜਿਸ ਸਮੇਂ ਹਜੂਰ ਦੇ ਅਸਥਾਨ ਦੇ ਨੇੜੇ ਪਹੁੰਚੇ, ਦੂਰੋਂ ਟਿੱਲੇ ਉੱਤੋਂ ਬਾਬਾ ਜੀ ਨੇ ਵੇਖ ਕੇ ਬਚਨ ਕੀਤਾ, ਨੀਲਾ ਸਿਆਂ, ਇਸ ਨੂੰ 1 ਸੇਰ ਦੁੱਧ ਪਿਆਓ, ਇਸ ਦਾ ਘੋਰ ਨਾ ਬਣਾਓ, ਇਸ ਦੇ ਬੱਚੇ ਉੱਥੇ ਰੱਖੋ। ਹੁਕਮ ਅਨੁਸਾਰ ਇਵੇਂ ਹੀ ਕੀਤਾ ਗਿਆ। ਫਿਰ ਆਪ ਹੀ ਬਚਨ ਕੀਤਾ, ਇਹ ਪਿਛਲੇ ਜਨਮ ਵਿੱਚ ਕਿਸੇ ਸਾਧੂ ਦੀ ਘਰ ਵਾਲੀ ਸੀ ਪਰ ਉਸ ਦੀ ਆਗਿਆਕਾਰ ਨਹੀਂ ਸੀ। ਉਸ ਦੀ ਬੰਦਗੀ ਵਿੱਚ ਵਿਘਨ ਪਾਉਂਦੀ ਤੇ ਉਸ ਦੇ ਬਚਨ ਨਾਲ ਇਸ ਨੂੰ ਇਹ ਜਨਮ ਮਿਲਿਆ। ਹੁਣ ਇਸ ਦਾ ਕਲਿਆਣ ਹੋਏਗਾ। ਉਸ ਕੁੱਤੀ ਦਾ ਪਰਿਵਾਰ ਬੇਅੰਤ ਵਧਿਆ ਅਤੇ ਹੁਣ ਵਾਲੇ ਕੁੱਤੇ ਉਸ ਦੇ ਪਰਿਵਾਰ ਵਿੱਚੋਂ ਹੀ ਹਨ। ਬਚਨ ਮਿਲਿਆ ਲੇਖਕ ਨੂੰ ਭਾਈ ਰਤਨ ਸਿੰਘ ਡਰੋਲੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।